2 करोड़ रुपए सरकार खर्च कर रही है और 8-9 महीने का टाइम है। तो मैं समझदा कि 11 महीनों के अंदर अंदर असी इस पुल नूं मुकम्मल करांगे, जिस दे नाल इस इलाके दे बहुत वड्डे पैमाने ते तरक्की होगी। कि भावें आर्थिकता दे विच बड़ी कमज़ोरी सी, पर फिर भी कांग्रेस पार्टी दी कैप्टन अमरिंदर सिंह जी दी सरकार ने पूरे पंजाब विच जो ऐसे बड़े इंपॉर्टेंट प्रोजेक्ट सी उन्हां वास्ते पैसा एलोकेट कीता है। इस नूं चंगे तरीके नाल वधिया तरीके नाल जल्दी तो जल्दी मुकम्मल करिए ताकि लोग इहदा वध तो वध ते जल्दी तो जल्दी इहदा फायदा उठा सकन। ਦੀ ਪ੍ਰਾਇਰਟੀ ਛੋਟੀ ਸੀ ਕਿਤੇ ਉੱਥੇ 27.5 ਕਰੋੜ ਰੁਪਏ ਖਰਚ ਕੀਤਾ ਸੀ। ਅੱਜ ਦੇਖੋ ਲਾਂਡਰਾ ਜਾ ਕੇ ਦੇਖੋ, ਅਜੇ ਇਹ ਲੱਗਦਾ ਵੀ ਅਸੀਂ ਕਿਤੇ ਬਾਹਰ ਨੂੰ ਘੁੰਮਦੇ ਹਾਂ। ਤੇ ਜਿੱਥੇ ਪੰਜਾਬ ਤੋਂ ਸਾਰੇ ਤੋਂ 10 ਸਾਲ ਅਕਾਲੀ ਦਲ ਦੀ ਸਰਕਾਰ ਰਹੀ, ਉਸ ਪਿੰਡ ਦੀ ਸਰਪੰਚ ਅਕਾਲੀ ਦਲ ਦੀ ਜਿਹੜੀ ਅੱਜ ਐਸਜੀਪੀਸੀ ਮੈਂਬਰ ਆ ਬੀਬੀ ਉਹ ਰਹੀ, ਔਰ ਸਾਰਾ ਰਾਜ ਭਾਗ ਉਹਨਾਂ ਕੋਲ ਸੀਗਾ। ਚੰਡੀਗੜ੍ਹ ਦੇ ਵਿੱਚ ਜ਼ਿਆਦਾਤਰ ਬਿਜਲੀ ਦਾ ਸੰਕਟ ਛਾਇਆ ਹੈ, ਉਸ ਨੂੰ ਲੈ ਕੇ ਤੁਸੀਂ ਅੱਗੇ ਮੰਤਰੀਆਂ ਨਾਲ, ਮੁੱਖ ਮੰਤਰੀ ਸਾਹਿਬ ਨਾਲ ਕੋਈ ਪਹੁੰਚ ਕੀਤੀ ਹੈ ਸਰ? फैसला किया है कि इंडस्ट्री की बिजली अभी कटांगे कुछ दिनों वास्ते जब तक सारा माहौल साफ नहीं होता। 5-6 ਸਾਲ ਦੇ ਕਰੀਬ ਦੱਸਿਆ ਜਾਂਦਾ ਕਿ ਇਹ ਪਿਆ ਸੀ, ਪਰ ਜਿਹੜੇ ਦੋਨੇ ਪਿੰਡਾਂ ਸੰਪਰਕ, ਇੱਕ ਪਾਸੇ ਹਲਕਾ ਖਰੜ, ਦੂਜੇ ਪਾਸੇ ਮੋਹਾਲੀ, ਇਹ ਕਾਰਨ ਮੰਨਦੇ ਹੋ ਕਿ ਇਸ ਜਿਹੜਾ ਬਾਰਡਰ ਦੇ ਏਰੀਆ ਤੇ ਹੁੰਦੇ ਉਹਨਾਂ ਦਾ ਵਿਕਾਸ ਘੱਟ ਹੁੰਦਾ? ਸਤਿ ਸ੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ HN1 ਨਿਊਜ਼ ਚੈਨਲ। ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ। ਮੋਹਾਲੀ ਤੇ ਹਲਕਾ ਖਰੜ ਦੇ ਵਿਚਕਾਰ ਦੀ ਜਿਹੜੀ ਸੜਕ ਦਾ ਕਾਫੀ ਦੇਰ ਤੋਂ ਜਿਹੜਾ ਸੰਪਰਕ ਟੁੱਟਿਆ ਹੋਇਆ ਸੀ, ਤਾਂ ਉਸ ਨੂੰ ਕਿਤੇ ਨਾ ਕਿਤੇ ਅੱਜ ਰਾਹਤ ਮਿਲੀ ਹੈ, ਜਿਸ ਦੇ ਵਿੱਚ ਕਿ ਅੱਜ ਚਾਂਪੁਰ ਤੇ ਨਾਲ ਜਿਹੜਾ ਤੋਗਾਂ ਦਾ ਜਿਹੜਾ ਟੁੱਟਿਆ ਹੋਇਆ ਰੋਡ ਸੀ, ਤਾਂ ਉਸ ਨੂੰ ਜੋੜਨ ਵਾਸਤੇ ਇੱਕ ਪੁਲ ਲਗਾਉਣ ਵਾਸਤੇ ਅੱਜ 3 ਵੱਡੇ ਮੰਤਰੀ ਜਿਹੜੇ ਪਹੁੰਚੇ ਨੇ, ਜਿਸ ਦੇ ਵਿੱਚ ਕਿ ਬਜਿੰਦਰ ਸਿੰਗਲਾ ਲੋਕ ਨਿਰਮਾਣ ਮੰਤਰੀ ਨੇ, ਦੂਜੇ ਪਾਸੇ ਜਿਹੜੇ ਆਨੰਦਪੁਰ ਸਾਹਿਬ ਤੋਂ MP ਮਨੀਸ਼ ਤਿਵਾੜੀ ਜੀ ਤੇ ਬਲਬੀਰ ਸਿੰਘ ਸਿੱਧੂ ਸਿਹਤ ਮੰਤਰੀ ਜਿਹੜੇ ਮੋਹਾਲੀ ਤੋਂ ਨੇ, ਤੇ ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ। ਤੇ ਅੱਜ ਜਿਹੜਾ ਕਾਫੀ ਲੰਬੇ ਸਮੇਂ ਤੋਂ ਇਹਨਾਂ ਲੋਕਾਂ ਵਾਸਤੇ ਇਹ ਦੁਵਿਧਾ ਬਣੀ ਹੋਈ ਸੀ, ਕਾਫੀ ਦੇਰ ਦੀ ਮੁਸ਼ਕਲ ਬਣੀ ਹੋਈ ਸੀ ਪੁਲ ਨੂੰ ਲੈ ਕੇ, ਤਾਂ ਅੱਜ ਕਿਤੇ ਨਾ ਕਿਤੇ ਲੱਗ ਰਿਹਾ ਕਿ ਲੋਕਾਂ ਨੂੰ ਕਿਤੇ ਰਾਹਤ ਮਿਲੀ ਹੈ। ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ ਕਿ ਇਹ ਪੁਲ ਦੇ ਨਾਲ ਜਿਹੜਾ ਲੋਕਾਂ ਦਾ ਸੰਪਰਕ ਟੁੱਟਿਆ ਹੋਇਆ ਸੀ, ਇੱਕ ਪਾਸੇ ਦੂਜੇ ਪਾਸੇ ਜਾਣਾ ਮੁਸ਼ਕਲ ਹੋ ਚੁੱਕਾ ਸੀ, ਲੋਕਾਂ ਨੂੰ ਜਿਹੜਾ ਇੱਥੇ ਆਵਾਜਾਈ ਬਿਲਕੁਲ ਬੰਦ ਹੋ ਚੁੱਕੀ ਸੀ। ਤਾਂ ਇਸ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਉਪਰਾਲਾ ਮੰਨਾਂਗੇ, ਕਿਉਂਕਿ ਜਿਹੜੀ ਕਾਫੀ ਸਮੇਂ ਤੋਂ ਜਿਹੜੀ ਮੰਗ ਉੱਠੀ ਹੋਈ ਸੀ ਕਿ ਇੱਥੇ ਪੁਲ ਬਣਨਾ ਚਾਹੀਦਾ ਹੈ ਲੋਕਾਂ ਦੀ ਸੁਵਿਧਾ ਵਾਸਤੇ, ਤਾਂ ਉਹ ਅੱਜ ਕਿਤੇ ਨਾ ਕਿਤੇ ਪੂਰੀ ਹੁੰਦੀ ਨਜ਼ਰ ਆਈ ਹੈ। ਅੱਜ ਉਦਘਾਟਨ ਕੀਤਾ ਗਿਆ, ਜਿਸ ਦੇ ਵਿੱਚ ਕਿ 1 ਸਾਲ ਦੇ ਕਰੀਬ ਦੇ ਵਿੱਚ ਹੀ ਜਿਹੜਾ ਪੁਲ ਮੁਕੰਮਲ ਕਰਨ ਦੀ ਜਿਹੜੇ ਵਾਅਦੇ ਅੱਜ ਕੀਤੇ ਗਏ ਨੇ ਵੱਡੇ ਮੰਤਰੀਆਂ ਵੱਲੋਂ। ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ ਸਿੱਧੀਆਂ ਕਿ ਇਹ ਜਿਹੜਾ ਝਾਂਪਰ ਹੈ ਦੂਜੇ ਪਾਸੇ, ਇਸ ਪਾਸੇ ਤੀੜਾ ਤੋਗਾ ਜਿਹੜੇ ਇਹ ਪਿੰਡ ਨੇ, ਤਾਂ ਇਹਨਾਂ ਪਿੰਡਾਂ ਨੂੰ ਜੋੜਨ ਵਾਲਾ ਜਿਹੜਾ ਇਹ ਗੰਦੇ ਨਾਲੇ ਦੇ ਉੱਪਰ ਇੱਕ ਪੁਲ ਬਣਨਾ ਸੀ, ਉਸ ਪੁਲ ਨੂੰ ਜਿਹੜਾ ਅੱਜ ਕਿਤੇ ਨਾ ਕਿਤੇ ਜਿਹੜੇ ਮੰਤਰੀਆਂ ਨੇ ਉਦਘਾਟਨ ਕਰਕੇ ਸਾਬਤ ਕਰ ਦਿੱਤਾ ਕਿ ਪੰਜਾਬ ਸਰਕਾਰ ਜਿਹੜੇ ਹੁਣ ਰੁਕੇ ਹੋਏ ਕੰਮ ਨੇ ਉਹ 6 ਮਹੀਨੇ ਦੇ ਵਿੱਚ ਮੁਕੰਮਲ ਕਰਨ ਦੇ ਵਿੱਚ ਲੱਗੀ ਹੋਈ ਹੈ। ਤੇ ਲਗਾਤਾਰ ਤੁਸੀਂ ਦੇਖੋ, ਅੱਜ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ ਕਿ ਇੱਕ ਪਾਸੇ ਜਿਹੜੀ ਅੱਜ ਵੱਡਾ ਪ੍ਰੋਗਰਾਮ 3 ਵੱਡੇ ਮੰਤਰੀਆਂ ਦੇ ਆਉਣ ਕਰਕੇ ਕੀਤਾ ਹੋਇਆ ਸੀ, ਜਿਸ ਦੇ ਵਿੱਚ ਕਿ ਲੋਕ ਨਿਰਮਾਣ ਮੰਤਰੀ ਬਜਿੰਦਰ ਸਿੰਗਲਾ ਤੇ ਦੂਜੇ ਪਾਸੇ ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਤੇ ਨਾਲ ਦੀ ਨਾਲ ਜੇ ਗੱਲ ਕਰੀਏ ਮਨੀਸ਼ ਤਿਵਾੜੀ ਜਿਹੜੇ MP ਨੇ ਆਨੰਦਪੁਰ ਸਾਹਿਬ ਤੋਂ ਪਹੁੰਚੇ ਸੀ। ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸਿੱਧੀਆਂ ਕਿ ਕਿਵੇਂ ਜਿਹੜੇ ਅੱਜ ਵੱਡੇ ਮੰਤਰੀ ਪਹੁੰਚੇ ਨੇ, ਤਾਂ ਇਸ ਮਸਲੇ ਨੂੰ ਲੈ ਕੇ ਜਿਹੜੇ ਅੱਜ ਪੁਲ ਦਾ ਉਦਘਾਟਨ ਕੀਤਾ ਹੈ, ਤਾਂ ਉਹ ਕੀ ਕਹਿੰਦੇ ਨੇ ਉਹ ਵੀ ਸੁਣੋ। ਇੱਥੇ ਜਿਹੜੇ ਕਾਫੀ ਲੰਬੇ ਸਮੇਂ ਤੋਂ ਸਮੱਸਿਆ ਸੀ ਪੁਲ ਦੀ, ਠੀਕ ਹੋ? नहीं, मैं धन्यवाद करना चाहना है साडे मुख मंत्री साहब का, कैप्टन अमरिंदर सिंह जी का, जिन्हों ने इस इलाके की इस लंबी समय तो जो मंग सी, ये 2 इलाकों को जोड़न की, बहुत सारे पिंडों के लोगों को इस दे नाल फायदा होना है, उन्होंने आवाजावी में समा घट जाना है, और ये अज मंजूर होया। 2.25 करोड़ रुपए सरकार खर्च कर रही है और 8-9 महीने का टाइम है। तो मैं समझदा कि 11 महीनों के अंदर अंदर असी इस पुल नूं मुकम्मल करांगे, जिस दे नाल इस इलाके दे बहुत वड्डे पैमाने ते तरक्की होगी। और मैं धन्यवाद करना चाहुंदा कंग साहब दा, सिद्धू साहब दा, जिन्हां ने हमेशा इस इलाके की तरक्की वास्ते वड्डे पद्धर ते मूरे होके इस दी पैरवाई की है, और इस इलाके नूं बहुत ऊंचियां जगह ते चक्कण वास्ते अपनी थॉट नाल, अपनी विजन दे नाल उस दे उपर मेहनत की है। ਲੋਕਾਂ ਦਾ ਇਹ ਕਹਿਣਾ ਹੈ ਸਰ ਕਿ ਦੋਨਾਂ ਨੂੰ ਜੋੜਨ ਵਾਸਤੇ ਜਿਹੜੀ ਸੜਕ ਹੈ, ਜਿਹੜਾ ਪੁਲ ਹੈ, ਇੱਕ ਪਾਸੇ ਮੋਹਾਲੀ ਲੱਗਦਾ, ਇੱਕ ਪਾਸੇ ਖਰੜ ਲੱਗਦਾ, ਕਿ ਦੇਰੀ ਤਾਂ ਲੱਗਦੀ, ਕਾਫੀ ਦੇਰ ਹੋ ਗਈ ਲੋਕਾਂ ਦੀ ਸਮੱਸਿਆ ਹੈ। नहीं, वो तो इस तरह होंदा गल कि ਜਿਹੜੇ ਇਸ਼ੂਜ਼ ਹੁੰਦੇ ਆ, ਕਈ ਵਾਰੀ ਕਿਸੇ ਦੀ ਮਨਜ਼ੂਰੀ ਵਾਸਤੇ 1.5 ਸਾਲ ਤੋਂ ਤਾਂ ਕੋਈ ਪ੍ਰੋਜੈਕਟ ਹੀ ਨਹੀਂ ਮਨਜ਼ੂਰ ਹੋਇਆ ਬਿਕੋਜ਼ ਆਫ ਕਰੋਨਾ ਕਰਕੇ। ਤੇ ਤੁਹਾਨੂੰ ਵੀ ਪਤਾ ਹੈ ਜਿਸ ਤਰ੍ਹਾਂ ਸਿੱਧੂ ਸਾਹਿਬ ਨੇ ਵੀ ਆਪਣੀ ਗੱਲ 'ਚ ਰੱਖਿਆ ਕਿ ਭਾਵੇਂ ਆਰਥਿਕਤਾ ਦੇ ਵਿੱਚ ਬੜੀ ਕਮਜ਼ੋਰੀ ਸੀ, ਪਰ ਫਿਰ ਵੀ ਕਾਂਗਰਸ ਪਾਰਟੀ ਦੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਸਰਕਾਰ ਨੇ ਪੂਰੇ ਪੰਜਾਬ ਵਿੱਚ ਜੋ ਐਸੇ
ਬੜੇ ਇੰਪੋਰਟੈਂਟ ਪ੍ਰੋਜੈਕਟ ਸੀ, ਉਹਨਾਂ ਵਾਸਤੇ ਪੈਸਾ ਐਲੋਕੇਟ ਕੀਤਾ ਹੈ ਔਰ ਪੈਸਾ ਐਲੋਕੇਟ ਕਰਨ ਤੋਂ ਬਾਅਦ ਉਹਨਾਂ ਦੇ ਉੱਪਰ ਖਰਚ ਕੀਤਾ ਹੈ। ਸੋ ਇੱਕ ਇਹ ਸਾਡੇ ਵਾਸਤੇ ਇੱਕ ਇੰਪੋਰਟੈਂਟ ਪ੍ਰੋਜੈਕਟ ਸੀਗਾ ਜਿਸ ਦੇ ਵਾਸਤੇ ਪੈਸਾ ਮਨਜ਼ੂਰ ਹੋਇਆ ਹੈ। ਕਈ ਚੀਜ਼ਾਂ ਦਾ ਪੈਸਾ ਪਹਿਲਾਂ ਮਨਜ਼ੂਰ ਹੋ ਜਾਂਦਾ, ਕਈ ਦਾ ਬਾਅਦ ਚ ਹੁੰਦਾ। ਗੱਲ ਤਾਂ ਸਰਕਾਰ ਦਾ 5 ਸਾਲ ਦਾ ਟੈਨਿਓਰ ਹੈ, ਜੋ ਸਾਡੀ ਕਮਿਟਮੈਂਟ ਟੂ ਪੀਪਲ ਹੈ, ਵੀ ਵਿਲ ਫੁਲਫਿਲ ਇਨ ਦੋਸ 5 ਇਅਰਸ ਐਂਡ ਦਿਸ ਇਜ਼ ਵਨ ਆਫ ਦਾ ਕਮਿਟਮੈਂਟਸ। ਚਲੋ ਮੈਂ ਕਿਹਾ 2.25 ਕਰੋੜ ਰੁਪਇਆ ਇਸ ਪੁਲ ਦੀ ਉਸਾਰੀ ਵਾਸਤੇ ਲਾਗਤ ਲੱਗੂਗੀ ਔਰ 9-10 ਮਹੀਨਿਆਂ ਵਿੱਚ ਇਸ ਪੁਲ ਦੀ ਉਸਾਰੀ ਦਾ ਕੰਮ ਮੁਕੰਮਲ ਹੋ ਜਾਊਗਾ। ਔਰ ਮੇਰੀ ਕੋਸ਼ਿਸ਼ ਹੈ ਕਿ ਅਸੀਂ ਇਸ ਨੂੰ ਚੰਗੇ ਤਰੀਕੇ ਨਾਲ, ਵਧੀਆ ਤਰੀਕੇ ਨਾਲ ਜਲਦੀ ਤੋਂ ਜਲਦੀ ਮੁਕੰਮਲ ਕਰੀਏ ਤਾਂ ਕਿ ਲੋਕ ਇਹਦਾ ਵੱਧ ਤੋਂ ਵੱਧ ਤੇ ਜਲਦੀ ਤੋਂ ਜਲਦੀ ਇਹਦਾ ਫਾਇਦਾ ਉਠਾ ਸਕਣ। ਤੇ ਜਿਹੜੀ ਮੰਗ ਇੱਥੇ ਰੋਡ ਦੀ ਆਈ ਹੈ, ਇਸ ਨੂੰ ਬੜੇ ਰੋਡ ਨਾਲ ਜੋੜਨ ਦੀ ਗੱਲ ਆਈ ਹੈ, ਅਸੀਂ ਰਾਈਟ ਆਫ ਵੇ ਚੈੱਕ ਕਰ ਰਹੇ ਹਾਂ ਕਿ ਜੇ ਉਸ ਅੱਧਾ ਕਿਲੋਮੀਟਰ ਇਲਾਕੇ 'ਚ ਰਾਈਟ ਆਫ ਵੇ ਅਵੇਲੇਬਲ ਹੋਇਆ ਤੇ ਜ਼ਮੀਨ ਅਵੇਲੇਬਲ ਹੋਈ ਤਾਂ ਆਉਣ ਵਾਲੇ ਸਮੇਂ 'ਚ ਉਹਦੀ ਮਨਜ਼ੂਰੀ ਵਾਸਤੇ ਵੀ ਮਾਨਯੋਗ ਮੁੱਖ ਮੰਤਰੀ ਜੀ ਤੋਂ ਪੈਸਿਆਂ ਦੀ ਮੈਂ ਆਪਣੇ ਵੱਲੋਂ ਗੁਜ਼ਾਰਿਸ਼ ਕਰਾਂ। ਖਰੜ ਦੇ ਵਿੱਚ ਵੀ ਬਹੁਤ ਪੁਲ ਰਹਿ ਰਹੇ ਨੇ, ਗੱਲ ਕਰੀ ਜੈਂਤੀ ਮਾਜਰੀ, ਉੱਥੇ ਵੀ 2 ਪੁਲ ਮੇਨ ਰਹਿ ਰਹੇ ਨੇ। ਨਹੀਂ, ਮੈਂ ਜੈਂਤੀ ਮਾਜਰੀ ਦਾ ਤਾਂ ਪੁਲ ਮੈਂ ਆਪ ਉਦਘਾਟਨ ਕਰਕੇ ਆਇਆ। ਮੈਂ ਤੇ ਮਨੀਸ਼ ਤਿਵਾੜੀ ਜੀ ਕੰਗ ਸਾਹਿਬ ਦੇ ਨਾਲ ਗਏ ਸੀ। ਜੇ ਜੈਂਤੀ ਮਾਜਰੇ ਜਿਹੜਾ ਰਹਿੰਦਾ ਉਹ ਕੋਈ ਗੱਲ ਨਹੀਂ, ਉਹ ਅਗਲੇ ਪ੍ਰੋਜੈਕਟਸ ਕਰਦਾ। ਕਿ ਦੇਖੋ ਗੱਲ ਇਹ ਹੁੰਦੀ ਹੈ, ਜਦੋਂ ਵੀ ਅਸੀਂ ਕੋਈ ਨਾਬਾਰਡ ਦਾ ਪ੍ਰੋਜੈਕਟ ਲੈਂਦੇ ਆ ਜਾਂ ਅਸੀਂ ਕੋਈ ਸੈਂਟਰਲ ਰੋਡ ਫੰਡ ਦਾ ਪ੍ਰੋਜੈਕਟ ਲੈਂਦੇ ਆ ਜਾਂ ਅਸੀਂ ਆਪਣੇ PWD ਮਹਿਕਮੇ ਦੇ ਆਪਣੇ ਪੈਸਿਆਂ 'ਚੋਂ ਕੋਈ ਪੁਲ ਬਣਾਉਣ ਵਾਸਤੇ ਮਨਜ਼ੂਰੀ ਕਰਦੇ ਆ ਤਾਂ ਸਾਰੇ ਪੰਜਾਬ ਨੂੰ ਅਸੀਂ ਇਕੁਅਲੀ ਡਿਸਟ੍ਰੀਬਿਊਟ ਕਰਦੇ ਆ। ਤਾਂ ਜਿਸ ਤਰ੍ਹਾਂ ਸਾਨੂੰ ਪ੍ਰਾਇੋਰਟੀ ਆਈ ਜਾਂਦੀ ਹੈ, ਅਸੀਂ ਉਸੇ ਤਰੀਕੇ ਨਾਲ ਉਹਨੂੰ ਪ੍ਰਾਇੋਰਟਾਈਜ਼ ਕਰ ਦਿੰਦੇ ਆ। ਜਿਸ ਤਰ੍ਹਾਂ ਇਸ ਪੁਲ ਦੀ ਪ੍ਰਾਇੋਰਟੀ ਇਹ ਸੀ ਕਿ ਇਹ ਬਾਕੀ ਪੁਲਾਂ ਨਾਲੋਂ ਪਹਿਲਾਂ ਹੋਣ ਦੀ ਜ਼ਰੂਰਤ ਹੈ। ਸੋ ਇਸ ਕਰਕੇ ਉਹ ਅਗਲੇ ਪ੍ਰੋਜੈਕਟਸ ਅਗਲੀ ਪ੍ਰਾਇੋਰਟੀ ਤੇ ਹੋ ਜਾਣਗੇ। ਪੰਜਾਬ ਦੇ ਬਿਜਲੀ ਸੰਕਟ ਛਾਇਆ ਹੋਇਆ ਜੀ, ਕੀ ਕਹੋਗੇ? ਹੁਣ ਕਾਂਗਰਸ ਸਰਕਾਰ ਦੇ ਖਿਲਾਫ ਵੀ ਲੋਕ ਜਿਹੜੇ ਜਿਸ ਤਰੀਕੇ ਨਾਲ BJP ਦੇ ਖਿਲਾਫ ਨਾਅਰੇਬਾਜ਼ੀ ਕਰ ਰਹੇ, ਜਿਸ ਤਰੀਕੇ ਨਾਲ ਕਾਂਗਰਸ ਖਿਲਾਫ। ਦੇਖੋ ਗੱਲ ਇਹ ਹੈ ਕਿ ਮੈਂ ਸਮਝਦਾ ਕਿ ਅੱਜ ਕਿਸਾਨ ਨੂੰ ਤਕਲੀਫ ਆ ਰਹੀ ਹੈ ਕਿਉਂਕਿ ਝੋਨਾ ਬੀਜਿਆ ਜਾ ਰਿਹਾ ਤੇ ਬਿਜਲੀ ਦੀ ਦਿੱਕਤ ਆ ਰਹੀ ਹੈ ਕਿਉਂਕਿ ਸਾਡੀ ਜਿਹੜੀ ਕਪੈਸਿਟੀ ਪ੍ਰੋਡਕਸ਼ਨ ਦੀ ਕਪੈਸਿਟੀ ਹੈ ਉਹ ਘੱਟ ਹੈ ਤੇ ਡਿਮਾਂਡ ਜ਼ਿਆਦਾ ਹੈ। ਔਰ ਅਸੀਂ ਵੀਲ ਪਾਵਰ ਨਹੀਂ ਕਰ ਸਕਦੇ, ਬਾਹਰਲੇ ਸੂਬਿਆਂ ਤੋਂ ਬਾਏ ਉਨੀ ਜ਼ਿਆਦਾ ਨਹੀਂ ਕਰ ਸਕਦੇ ਜਿੰਨੀ ਜ਼ਰੂਰਤ ਹੈ ਕਿਉਂਕਿ ਕਈ ਵਾਰ ਸਾਡੀ ਵੀਲਿੰਗ ਕਪੈਸਿਟੀ ਨਹੀਂ ਹੁੰਦੀ ਜਾਂ ਜਿਹੜੇ ਤਾਰਾਂ ਦੇ ਰਾਹੀਂ ਬਿਜਲੀ ਆਉਂਦੀ ਹੈ ਉਹ ਤਾਰਾਂ ਦੇ ਵਿੱਚ ਅਸੀਂ ਇੱਕ ਲੈਵਲ ਤੱਕ ਦੀ ਕਪੈਸਿਟੀ ਦੇ ਵਿੱਚ ਸਾਡੀ ਜਿਹੜੀ ਐਗਜ਼ਿਸਟਿੰਗ ਸਾਡਾ ਕੋਲ ਸਿਸਟਮ ਹੈ ਉਹ ਇੱਕ ਲੈਵਲ ਤੱਕ ਦੀ ਕਪੈਸਿਟੀ ਨੂੰ ਐਕਸੈਪਟ ਕਰ ਸਕਦਾ ਹੈ। ਤਾਂ ਇਸ ਕਰਕੇ ਅੱਜ ਮੁੱਖ ਮੰਤਰੀ ਸਾਹਿਬ ਨੇ ਹੁਣ ਇੱਕ ਮੀਟਿੰਗ ਵਿੱਚ ਦੱਸਿਆ ਸੀ ਕਿ ਉਹਨਾਂ ਨੇ ਇੰਡਸਟਰੀ ਦੇ ਉੱਪਰ ਕੱਟ ਲਗਾਇਆ ਹੈ ਤਾਂ ਕਿ ਜਿਹੜੀ ਬਿਜਲੀ ਖੇਤਾਂ ਦੀ ਬਿਜਲੀ ਹੈ ਤੇ ਜਿਹੜੀ ਸਾਡੇ ਘਰਾਂ ਦੀ ਬਿਜਲੀ ਹੈ ਉਸ ਦੇ ਉੱਪਰ ਕੱਟ ਨਾ ਲਗਾਉਣੇ ਪੈਣ। ਅੱਜ ਜਿਸ ਤਰ੍ਹਾਂ ਇੱਕ ਜੋੜ ਮਿਲਿਆ ਦੋਨੇ ਤਰਫ, ਹਲਕਾ ਖਰੜ ਦਾ ਤੇ ਮੋਹਾਲੀ ਦਾ, ਕਾਫੀ ਲੰਬੇ ਸਮੇਂ ਤੋਂ ਮੰਗ ਸੀ। ਨਹੀਂ, ਤੁਸੀਂ ਜੋੜ ਕਿਦਾਂ 4 ਸਪਰੇ ਮਹਾਲੀ ਦੇ ਖੜ ਦਾ ਇਕੱਠੇ ਨੇ ਤੇ ਪਰ ਇਹ ਸਮੱਸਿਆ ਬਹੁਤ ਨਹੀਂ ਕੋਈ ਇਦਾਂ ਦੀ ਗੱਲ ਨਹੀਂ। ਇਹ ਪੁਲ ਟੁੱਟਿਆ ਵੀ ਇਸੇ ਸਾਲ 'ਚ ਹੀ ਹੈਗਾ, ਲੇਕਿਨ ਆਫਟਰ ਕੋਈ ਪ੍ਰਪੋਜ਼ਲ ਬਣਾਉਣ ਨੂੰ ਸਮਾਂ ਲੱਗਦਾ। ਇਹ ਤਾਂ ਨਹੀਂ ਇੱਕ ਦਿਨ 'ਚ ਕੋਈ ਪ੍ਰਪੋਜ਼ਲ ਬਣ ਜਾਂਦੀ ਹੈ, ਸਮਾਂ ਲੱਗਦਾ। 2.25 ਕਰੋੜ ਰੁਪਈਆ ਦੇ ਖਰਚ ਹੋਣਾ ਹੈ, ਬੜੀ ਵੱਡੀ ਅਮਾਊਂਟ ਹੈਗੀ ਆ। ਤੇ ਬਕਾਇਦਾ ਜਿਵੇਂ ਇਹਨਾਂ ਨੇ ਦੱਸਿਆ ਪ੍ਰਾਇੋਰਟੀਜ਼ ਹੁੰਦੀਆਂ ਨੇ, ਕਿਹੜਾ ਕੰਮ ਪਹਿਲਾਂ ਕਰਦਾ। ਹੁਣ ਲਾਂਡਰਾ ਦੀ ਪ੍ਰਾਇੋਰਟੀ ਛੋਟੀ ਸੀ, ਕਿਤੇ ਉੱਥੇ 27.5 ਕਰੋੜ ਰੁਪਏ ਖਰਚ ਕੀਤਾ ਸੀ। ਅੱਜ ਦੇਖੋ ਲਾਂਡਰਾ ਜਾ ਕੇ ਦੇਖੋ, ਅਜੇ ਐਂ ਲੱਗਦਾ ਵੀ ਅਸੀਂ ਕਿਸੇ ਬਾਹਰਲੇ ਮੁਲਕ ਘੁੰਮਦੇ ਹੁੰਦੇ ਆ। ਤੇ ਜਿੱਥੇ ਪੰਜਾਬ 'ਚੋਂ ਸਾਰੇ ਜੋ 10 ਸਾਲ ਅਕਾਲੀ ਦਲ ਦੀ ਸਰਕਾਰ ਰਹੀ, ਉਸ ਪਿੰਡ ਦੀ ਸਰਪੰਚ ਅਕਾਲੀ ਦਲ ਦੀ ਜਿਹੜੀ ਅੱਜ SGPC ਮੈਂਬਰ ਆ ਬੀਬੀ, ਉਹ ਰਹੀ ਔਰ ਸਾਰਾ ਰਾਜ ਭਾਗ ਉਹਨਾਂ ਕੋਲ ਸੀਗਾ। ਤੇ ਉਹਨਾਂ 10 ਸਾਲ ਅਸੀਂ ਆਉਂਦੇ 2 ਸਾਲ ਪਹਿਲਾਂ ਉਹੀ ਪਹਿਲਾਂ ਕੀਤਾ ਹੈ। ਮੈਡੀਕਲ ਕਾਲਜ ਦਾ 375 ਕਰੋੜ ਦਾ ਪ੍ਰੋਜੈਕਟ ਹੈਗਾ ਜਿਹੜਾ ਅੱਜ ਅਸੀਂ ਮੋਹਾਲੀ 'ਚ ਬਣ ਜਾ ਰਿਹਾ ਹੈ। ਇੱਕ ਮੈਡੀਕਲ ਕਾਲਜ ਪੰਜਾਬ 'ਚ ਬਣਿਆ, ਉਹ ਮੋਹਾਲੀ 'ਚ ਬਣਿਆ। ਇਹ ਨਹੀਂ ਗੱਲ ਕੋਈ ਅਸੀਂ ਇੱਕ ਕਨੈਕਟੀਵਿਟੀ ਕੁਦਰਤੀ ਬਾਈ ਚਾਂਸ ਟੁੱਟ ਗਈ ਕਿ ਬੜਾ ਪੁਰਾਣਾ ਸੀਗਾ ਜਾਂ ਜਿਹੜਾ ਫਲੱਡ ਸਾਰਾ ਪੂਰੇ ਹਿਮਾਚਲ ਦਾ ਪਹਾੜਾਂ ਦਾ ਪਾਣੀ ਇੱਥੋਂ ਆਉਂਦਾ ਹੈ। ਔਰ ਤੁਸੀਂ ਦੇਖਿਆ ਹੋਣਾ ਕਈ ਵਾਰ ਜਿਹੜਾ ਅਗਲੇ ਪਾਸੇ ਆਪਣੇ ਯੂਟੀ ਗਵਰਨਮੈਂਟ ਨੇ ਲਾਇਆ ਉਹਦੇ ਉੱਪਰ ਦੀ ਆਉਂਦਾ ਤੇ ਕਾਰਾਂ ਥੱਲੇ ਗਿਰੀਆਂ ਹੁੰਦੀਆਂ ਨੇ। ਇਹ ਜਿਹੜਾ ਕੁਦਰਤੀ ਨੇਚਰ ਉਹ ਹੈਗਾ, ਇਹਨੂੰ ਕੋਈ ਰੋਕ ਨਹੀਂ ਸਕਦਾ। ਅੱਜ ਕ੍ਰਾਈਸਿਸ ਜੇ ਹੈਗਾ, ਜੇ ਅੱਜ ਬਰਸਾਤ ਹੋਏ ਬਾਗੋ ਬਾਗ ਹੋ ਜਾਣਗੇ, ਜੇ ਬਰਸਾਤ ਜ਼ਿਆਦਾ ਹੋ ਜੇ ਤਾਂ ਨੁਕਸਾਨ ਵੀ ਹੋ ਜਾਂਦਾ। ਇਸ ਲਈ ਸਾਰਾ ਇੱਕ ਬੈਲੈਂਸ ਕਰਕੇ ਚੱਲਣਾ ਪੈਂਦਾ। ਪਰ ਸਾਡੀ ਸਰਕਾਰ ਦੀ ਪ੍ਰਾਇੋਰਟੀ ਕਿ ਅਸੀਂ ਜਿਹੜਾ ਕੰਮ ਪਹਿਲਾਂ ਹੋਣ ਵਾਲਾ ਉਹਨੂੰ ਪਹਿਲਾਂ ਕਰਦੇ ਆ, ਜਿਹੜਾ ਸੈਕਿੰਡ ਆ ਉਹ ਸੈਕਿੰਡ ਕਰਦੇ ਆ। ਰਾਜਨੀਤੀ ਨੂੰ ਲੈ ਕੇ ਕੇਜਰੀਵਾਲ ਨੇ ਇੱਕ ਤੀਰ ਛੱਡਿਆ, ਕਹਿੰਦਾ ਕਿ 300 ਯੂਨਿਟ ਮਾਫ ਕਰਨ ਨੂੰ ਜਾ ਰਹੀ ਹੈ। ਕਿ ਲੱਗਦਾ ਕਾਂਗਰਸ ਸਰਕਾਰ ਦਾ ਗੱਲ ਇੱਦਾਂ ਹੈ, ਰਾਜ ਜਿੰਨਾ ਉਹਦਾ ਪਹਿਲਾਂ ਬੁਲਬੁਲਾ ਫੈਲਿਆ ਹੋਇਆ ਸੀ ਨਾ, ਉਹਦੇ ਮੁਕਾਬਲੇ ਕੱਖ ਵੀ ਨਹੀਂ ਹੈ। ਮੈਂ ਤੈਨੂੰ ਅੱਜ ਦੱਸਦਾ, ਕੱਲ 22 ਸੀਟਾਂ ਨੇ ਇਸ ਵੇਲੇ, 22 ਚੋਂ 3-4 ਸਾਡੇ ਨਾਲ ਰਲ ਗਏ, 3-4 ਹੋਰ ਰਲਣ ਨੂੰ ਤਿਆਰ ਨੇ। ਅੱਜ ਤੈਨੂੰ ਮੈਂ ਦੱਸ ਦੇਣਾ। ਤੇ ਦੂਜਾ ਅਗਲੇ 10 ਟਾਪ ਦਾ ਮੈਨੂੰ ਪੁੱਛ ਲਈ, ਠੀਕ ਹੈ। ਤੇ ਇਸੇ ਪੁਲ ਦੇ ਕਾਫੀ ਮੁਸ਼ੱਕਤ ਕੀਤੀ ਹੈ ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਨੇ, ਜਿਹੜੇ ਲਗਾਤਾਰ ਜਿਹੜੀ ਆਵਾਜ਼ ਪਹੁੰਚਾਈ ਹੈ ਇਹਨਾਂ ਪਿੰਡਾਂ ਦੀ। ਸਰ, ਅੱਜ ਜਿਹੜੀ ਲੋਕਾਂ ਦੇ ਵਿੱਚ ਖੁਸ਼ੀ ਦੀ ਲਹਿਰ ਜਾਗੀ ਹੈ ਕਿ ਜਿਹੜਾ ਸੰਪਰਕ ਟੁੱਟਿਆ ਹੋਇਆ ਸੀ ਦੋਨੇ ਪਾਸੇ ਦੋਨੇ ਪਿੰਡਾਂ ਦਾ, ਕਿਵੇਂ ਦੇਖਦੇ ਹੋ ਅੱਜ ਉਦਘਾਟਨ ਕੀਤਾ? ਦੇਖੋ, ਮੈਨੂੰ ਬਹੁਤ ਮਾਣ ਹੈ ਕਿ ਜੋ ਮੈਂ ਕਈ ਸਾਲਾਂ ਤੋਂ ਮਿਹਨਤ ਕਰ ਰਿਹਾ ਸੀ, ਕੋਸ਼ਿਸ਼ ਕਰ ਰਿਹਾ ਸੀ, ਤੀੜਾ ਚਾਂਪੁਰ ਪੁਲ ਨੂੰ ਬਣਾਉਣ ਵਾਸਤੇ ਅੱਜ ਉਹਨੂੰ ਬੂਰ ਪਿਆ। ਮੈਂ ਅਤੀ ਧੰਨਵਾਦੀ ਹਾਂ ਕੈਪਟਨ ਅਮਰਿੰਦਰ ਸਿੰਘ ਜੀ ਦਾ, ਵਿਜੇਂਦਰ ਸਿੰਗਲਾ ਸਾਡੇ PWD ਮਿਨਿਸਟਰ, ਮੇਰੇ ਅਜ਼ੀਜ਼ ਮਨੀਸ਼ ਤਿਵਾੜੀ ਜੀ ਆਏ, ਬਲਬੀਰ ਸਿੱਧੂ ਜੀ ਆਏ, ਸਭ ਦਾ, ਕਿ ਜਿਨ੍ਹਾਂ ਨੇ ਇੱਥੇ ਆ ਕੇ ਸਾਡਾ ਮਾਨ ਸਨਮਾਨ ਵਧਾਇਆ
ਔਰ ਜੋ ਬੜੀ ਪੁਰਾਣੀ ਮੰਗ ਲਟਕਦੀ ਆ ਰਹੀ ਸੀ, ਕਿਉਂਕਿ ਜੋ ਪਰਲੇ ਝਾਮਪੁਰ ਏਰੀਆ ਪਾਸੇ ਪੈਂਦਾ ਉਹ ਸਾਰਾ ਮੇਰਾ ਮੋਰਿੰਡੇ ਇਲਾਕੇ ਦਾ ਪੁਰਾਣਾ ਏਰੀਆ ਹੈ। ਸਾਰੇ ਲੋਕ ਮੇਰੇ ਪਰਿਵਾਰਕ ਸੰਬੰਧ ਦੇ ਹੈ, ਮੇਰੇ ਬਹੁਤ ਨੇੜੇ ਹੈ। ਉਹਨਾਂ ਦੀ ਮੰਗ ਸੀ, ਕਈ ਵਾਰ ਮੈਂ ਇੱਥੇ ਆਇਆ, ਹੜ੍ਹ ਵੀ ਆਇਆ, ਮੌਕੇ 'ਤੇ ਵੀ ਆਇਆ। ਤੋ ਲੰਬੀ ਲਿਖਤ ਪੜ੍ਹਨ ਤੋਂ ਬਾਅਦ ਅੱਜ ਸਾਰੀ ਗੱਲ ਸਿਰੇ ਚੜ੍ਹੀ ਹੈ। 2.25 ਕਰੋੜ ਰੁਪਏ ਦਾ ਖਰਚਾ ਆਉਣਾ ਇਸ ਤੇ ਤਕਰੀਬਨ 9 ਮਹੀਨੇ ਪੁਲ ਬਣ ਕੇ ਤਿਆਰ ਹੋ ਜਾਣਾ ਹੈ। ਇਸ ਪੁਲ ਦੇ ਬਣਨ ਤੋਂ ਉਪਰੰਤ ਸਾਡੀ ਕੋਸ਼ਿਸ਼ ਹੈ ਕਿ ਇਹ ਜਿਹੜੀ ਸੜਕ ਹੈ ਵੀ 18 ਫੁੱਟ ਚੌੜੀ ਹੋ ਜਾਵੇ ਤੇ ਇਸ ਪੁਲ ਨੇ ਮੋਹਾਲੀ ਨੂੰ ਤੇ ਨਿਊ ਚੰਡੀਗੜ੍ਹ ਨੂੰ ਤੇ ਹਿਮਾਚਲ ਨੂੰ ਜੋੜਨਾ ਹੈ। ਬੜੀ ਵੱਡੀ ਉਪਲਬਧੀ ਹੈ, ਮੈਨੂੰ ਇਸ ਗੱਲ ਤੇ ਆਪਣੇ ਆਪ ਤੇ ਇਲਾਕੇ ਦੇ ਮਾਣ ਹੈ। ਬਿਲਕੁਲ ਸਰ, ਅੱਜ ਨਿਊ ਚੰਡੀਗੜ੍ਹ ਦੇ ਵਿੱਚ ਜ਼ਿਆਦਾਤਰ ਬਿਜਲੀ ਦਾ ਸੰਕਟ ਛਾਇਆ ਹੋਇਆ, ਉਸ ਨੂੰ ਲੈ ਕੇ ਤੁਸੀਂ ਅੱਗੇ ਮੰਤਰੀਆਂ ਨਾਲ, ਮੁੱਖ ਮੰਤਰੀ ਸਾਹਿਬ ਨਾਲ ਕੋਈ ਪਹੁੰਚ ਕੀਤੀ ਹੈ ਸਰ? ਦੇਖੋ, ਬਿਜਲੀ ਦਾ ਜੋ ਸੰਕਟ ਹੈ ਇਹ 'ਚ ਕੋਈ ਸ਼ੱਕ ਨਹੀਂ, ਬਹੁਤ ਭਾਰੀ ਸੰਕਟ ਹੈ। ਦੁਨੀਆ ਤਰਾਹ ਕਰ ਰਹੀ ਹੈ। ਮੈਂ ਹਰ ਪੱਧਰ ਤੇ ਇਹਦੀ ਕੋਸ਼ਿਸ਼ ਕਰ ਰਿਹਾ। ਅੱਜ ਮੁੱਖ ਸਕੱਤਰ ਜੀ ਨਾਲ ਗੱਲ ਵੀ ਕੀਤੀ ਹੈ, ਸੀਐਮ ਸਾਹਿਬ ਦੇ ਦਫ਼ਤਰ ਗੱਲ ਕੀਤੀ ਹੈ, ਕਿਉਂਕਿ ਸਾਡਾ ਜੋ ਤਲਵੰਡੀ ਸਾਬੋ ਦਾ ਯੂਨਿਟ ਸੀ ਉਹ ਬੰਦ ਹੋ ਗਿਆ ਤੇ ਕੁਦਰਤ ਦੀ ਕਰੋਪੀ, ਬਾਰਿਸ਼ ਨਹੀਂ ਹੋ ਰਹੀ, ਮੀਂਹ ਨਹੀਂ ਪੈ ਰਿਹਾ, ਪਾਣੀ ਚਾਹੀਦਾ ਜੀਰੀ ਲਾਉਣ ਵਾਸਤੇ। ਇਹ ਸਭ ਗੱਲਾਂ ਇਕੱਠੀਆਂ ਹੋ ਗਈਆਂ। ਸਾਰੀਆਂ ਗੱਲਾਂ ਸੋਚ ਕੇ ਵਿਚਾਰ ਕੇ ਮੁੱਖ ਮੰਤਰੀ ਨੇ ਫੈਸਲਾ ਕੀਤਾ ਹੈ ਕਿ ਇੰਡਸਟਰੀ ਦੀ ਬਿਜਲੀ ਅਸੀਂ ਕੱਟਾਂਗੇ ਕੁਝ ਦਿਨਾਂ ਵਾਸਤੇ, ਜਦ ਤੱਕ ਸਾਰਾ ਮਾਹੌਲ ਸੁਖਾਵਾਂ ਨਹੀਂ ਹੁੰਦਾ, ਤੇ ਵੱਧ ਚੜ੍ਹ ਕੇ ਬਿਜਲੀ ਦੇਵਾਂ ਖੇਤੀ ਵਾਸਤੇ, ਮੋਟਰਾਂ ਵਾਸਤੇ, ਤੇ ਪਿੰਡਾਂ ਬਿਜਲੀ, ਘਰਾਂ 'ਚ ਬਿਜਲੀ ਛੱਡਾਂਗੇ। ਤੁਸੀਂ ਦੇਖ ਸਕਦੇ ਹੋ, ਇਹ ਸਨ ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ, ਜਿਨ੍ਹਾਂ ਨੇ ਦੱਸਿਆ ਕਿ ਜਿਹੜਾ ਬਿਜਲੀ ਦਾ ਸੰਕਟ ਵੀ ਛਾਇਆ ਹੋਇਆ ਪੰਜਾਬ ਦੇ ਵਿੱਚ, ਉਸ ਨੂੰ ਲੈ ਕੇ ਲਗਾਤਾਰ ਮੀਟਿੰਗਾਂ ਜਿਹੜੀਆਂ ਹੋ ਰਹੀਆਂ ਨੇ। ਮੁੱਖ ਮੰਤਰੀ ਸਾਹਿਬ ਤੱਕ ਵੀ ਇਹਨਾਂ ਨੇ ਪਹੁੰਚ ਕੀਤੀ ਹੈ ਤੇ ਪਿੰਡ ਝਾਂਪੁਰ ਦੀ ਪੰਚਾਇਤ ਤੇ ਸਰਪੰਚ ਸਾਹਿਬ ਕਿਵੇਂ ਦੇਖਦੇ ਹੋ? ਕਾਫੀ ਲੰਬੇ ਸਮੇਂ ਤੋਂ ਇਹ ਮੰਗ ਸੀ ਤੁਹਾਡੇ ਦੋਨੇ ਪਾਸੇ ਦੀ, ਗੱਲ ਕਰੀਏ ਤੀੜੇ ਦੀ ਜਾਂ ਝਾਂਪੁਰ ਦੀ, ਪੁਲ ਨਹੀਂ ਲੱਗ ਰਿਹਾ ਸੀ। ਕਿਵੇਂ ਦੇਖਦੇ ਹੋ ਅੱਜ ਵੱਡੇ ਮੰਤਰੀ 4 ਪਹੁੰਚੇ ਨੇ? ਅੱਜ ਵੱਡੇ ਮੰਤਰੀ ਪਹੁੰਚੇ ਹੋਏ ਜੀ, ਇਹਨਾਂ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਹੈ। ਤੇ ਸਾਡੇ ਆਉਣ ਜਾਣ ਦਾ ਰਸਤਾ ਸੀਗਾ ਜਿਹੜਾ ਇਹ ਬੱਚਿਆਂ ਦਾ ਜਾਣੇ ਦਾ ਸੀਗਾ, ਬਹੁਤ ਜ਼ਿਆਦਾ ਤੰਗ ਸੀਗੇ ਅਸੀਂ। ਅੱਜ ਸਾਨੂੰ ਬਹੁਤ ਖੁਸ਼ੀ ਹੋਈ ਹੈ ਇਸ ਗੱਲ ਦੀ ਵੀ ਸਾਡਾ ਬਹੁਤ ਪੁਰਾਣਾ ਕੰਮ ਰੁਕਿਆ ਹੋਇਆ ਅੱਜ ਬਹੁਤ ਬੁਲੰਦੀਆਂ ਤੇ ਸਿਰੇ ਚੜ੍ਹੇਗਾ। ਇਹ 11 ਮਹੀਨੇ ਦੇ ਵਿੱਚ ਪੁਲ ਲੱਗੇਗਾ, ਪੂਰਾ ਹੋਏਗਾ ਇਹ। ਅਸੀਂ ਤਾਂ ਸਰਕਾਰ ਤੋਂ ਹੋਰ ਸਾਨੂੰ ਕੋਈ ਮੰਗ ਨਹੀਂ ਸੀਗੀ, ਮੇਨ ਮੰਗ ਸਾਡੀ ਇਹੀ ਸੀਗੀ, ਘੱਟੋ ਘੱਟ 10 ਜਾਂ 15 ਪਿੰਡਾਂ ਦੀ ਜੀ। ਇਹਨਾਂ ਪਿੰਡਾਂ ਦਾ ਜਿਹੜਾ ਸੰਪਰਕ ਟੁੱਟਿਆ ਹੋਇਆ ਸੀ, ਲੱਗਦਾ ਕਿ ਲੋਕਾਂ ਦਾ ਜਿਹੜੀ ਹੋਰ ਵੀ ਕਾਰੋਬਾਰ ਸੀ, ਭਾਵੇਂ ਕੋਈ ਰੇੜੀ ਫੜੀ ਵਾਲਾ, ਉਹਨਾਂ ਨੂੰ ਬੜੀ ਮੁਸ਼ਕਲ ਹੋਈ ਸੀ ਨਿਕਲਣ ਵਾਸਤੇ, ਕਿਤੇ ਕਿਤੇ ਰਾਹਤ ਮਿਲੇਗੀ ਉਹਨਾਂ ਨੂੰ ਵੀ? ਹਾਂਜੀ ਹਾਂਜੀ, ਬਹੁਤ ਜ਼ਿਆਦਾ ਰਾਹਤ ਮਿਲੇਗੀ ਜੀ। ਲੋਕਾਂ ਦੇ ਕੰਮ ਰੁਕ ਗਏ ਜੀ, ਸਾਡੇ ਜ਼ਿਮੀਂਦਾਰਾਂ ਦੇ ਕੰਮ ਰੁਕੇ ਹੋਏ ਸੀਗੇ। ਕੁਝ ਜ਼ਮੀਨਾਂ ਇੱਧਰ ਸਾਨੂੰ 3-4 ਕਿਲੋਮੀਟਰ ਦਾ ਚੱਕਰ ਕੱਢ ਕੇ ਆਉਣਾ ਪੈਂਦਾ ਜੀ। ਮਹਿੰਗਾਈ ਨੇ ਪਹਿਲਾਂ ਹੀ ਲੱਕ ਤੋੜੇ ਹੋਏ, ਤੁਹਾਨੂੰ ਪਤਾ ਹੀ ਹੈ। ਪੈਟਰੋਲ ਡੀਜ਼ਲਾਂ ਦੀਆਂ ਕੀਮਤਾਂ ਵਧੀਆਂ ਹੋਈਆਂ, ਉਹਦੇ ਕਰਕੇ ਵੀ ਇਹ ਸਾਨੂੰ ਸ਼ਾਰਟਕਟ ਰਸਤਾ ਮਿਲਿਆ। ਸਾਨੂੰ ਬਹੁਤ ਵਧੀਆ ਹੌਸਲੇ ਬਾਜ਼ਾਰ ਕੰਮ ਹੋਇਆ। ਤੇ ਜਿਹੜਾ ਇਹ ਪੁਲ ਦੀ ਗੱਲ ਕਰੀ, ਕਾਫੀ ਲੰਬੇ ਸਮੇਂ ਤੋਂ ਮੇਰੇ ਖਿਆਲ ਇਹ ਪੈਂਡਿੰਗ ਪਿਆ ਸੀ। ਹਾਂ, 5-6 ਸਾਲ ਦੇ ਕਰੀਬ ਦੱਸਿਆ ਜਾਂਦਾ ਕਿ ਇਹ ਪਿਆ ਸੀ, ਪਰ ਜਿਹੜੇ ਦੋਨੇ ਪਿੰਡਾਂ ਸੰਪਰਕ, ਇੱਕ ਪਾਸੇ ਹਲਕਾ ਖਰੜ, ਦੂਜੇ ਪਾਸੇ ਮੋਹਾਲੀ, ਇਹ ਕਾਰਨ ਮੰਨਦੇ ਹੋ ਕਿ ਇਸ ਜਿਹੜਾ ਬਾਰਡਰ ਦੇ ਏਰੀਆ ਤੇ ਹੁੰਦੇ ਉਹਨਾਂ ਦਾ ਵਿਕਾਸ ਘੱਟ ਹੁੰਦਾ ਹੈ? ਹਾਂਜੀ, ਬਿਲਕੁਲ ਸਹੀ ਗੱਲ ਹੈ ਜੀ। ਇਹ ਗੱਲ ਦੇ ਵਿੱਚ ਕੋਈ ਦੋ ਰਾਏ ਨਹੀਂ ਜੀ। ਇਹ ਜਦੋਂ ਦੋ ਹਲਕੇ ਟੁੱਟੇ ਹੁੰਦੇ ਜੀ ਆਪਸ 'ਚ, ਉਹਨਾਂ ਦਾ ਫਿਰ ਥੋੜ੍ਹਾ ਜਿਹਾ ਔਖਾ ਹੋ ਜਾਂਦਾ ਕੰਮ ਕਰਾਉਣਾ। ਉਹ ਬਹੁਤ ਮਿਹਨਤ ਕਰਨੀ ਪੈਂਦੀ ਹੈ, ਬਹੁਤ ਭੱਜ ਦੌੜ ਕਰਨੀ ਪੈਂਦੀ ਤਾਂ ਕਿਤੇ। ਕਿੰਨਾ ਕੁ ਸੰਘਰਸ਼ ਕੀਤਾ ਇਹਨਾਂ ਪੁਲ ਵਾਸਤੇ ਤੁਸੀਂ? ਭਾਜੀ ਬਹੁਤ ਜ਼ਿਆਦਾ ਕੀਤਾ, ਹੱਦ ਨਾਲੋਂ ਜ਼ਿਆਦਾ, ਦੋਨੇ ਮੰਤਰੀਆਂ ਨਾਲ ਘੁੰਮਣਾ ਪਿਆ? ਬਹੁਤ ਜ਼ਿਆਦਾ, ਬਹੁਤ ਜ਼ਿਆਦਾ। ਬਿਲਕੁਲ, ਤੁਸੀਂ ਦੇਖ ਸਕਦੇ ਹੋ ਕਿ ਜਦੋਂ ਬਾਰਡਰਾਂ ਦੇ ਉੱਤੇ ਕਹਿੰਦੇ ਪਿੰਡ ਹੁੰਦੇ ਨੇ, ਭਾਵੇਂ ਸਰਕਾਰ ਕਾਂਗਰਸ ਦੀ ਹੋਵੇ, ਪਰ ਹਲਕਾ ਤੇ ਜ਼ਿਲ੍ਹਾ ਇਕੱਠੇ ਹੋਣ ਤਾਂ ਉਹਦੇ ਵਿੱਚ ਜਿਹੜਾ ਸੰਪਰਕ ਟੁੱਟਿਆ ਹੁੰਦਾ, ਉਸ ਨੂੰ ਕੋਈ ਵੀ ਕੰਮ ਨੇਪਰੇ ਚਾੜਨ ਵਾਸਤੇ ਬੜੀ ਮੁਸ਼ੱਕਤ ਕਰਨੀ ਪੈਂਦੀ ਹੈ। ਸਰਪੰਚ ਸਾਹਿਬ ਨੇ ਦੱਸਿਆ ਕਿ 5 ਸਾਲ ਤੋਂ ਜਿਹੜੇ ਕਰੀਬ ਇਹ ਪੁਲ ਟੁੱਟੇ ਹੋ ਗਏ, ਪਰ ਅੱਜ ਇਸ ਦਾ ਸਮਾਂ ਆਇਆ ਉਦਘਾਟਨ ਕਰਕੇ 1 ਸਾਲ ਦੇ ਵਿੱਚ ਹੀ ਜਿਹੜਾ ਇਸ ਦਾ ਕੰਮ ਮੁਕੰਮਲ ਹੋ ਜਾਏਗਾ। ਤੇ ਹੁਣ ਦੇਖਦੇ ਆਉਣ ਵਾਲੇ ਦਿਨਾਂ ਦੇ ਵਿੱਚ ਕਦੋਂ ਇਹ ਪੁਲ ਮੁਕੰਮਲ ਹੋ ਕੇ ਲੋਕਾਂ ਨੂੰ ਇਸ ਦੀ ਸੁਵਿਧਾ ਮਿਲਦੀ ਹੈ। ਤੁਹਾਡੇ ਨਾਲ ਕੈਮਰਾਮੈਨ ਰੋਹਿਤ ਦੇ ਨਾਲ ਹਰਤੇਜ ਸਿੰਘ ਤੇਜੀ, HN1 ਨਿਊਜ਼, ਨਿਊ ਚੰਡੀਗੜ੍ਹ।